हेलो फ्रेंड्स। गुड मॉर्निंग 10th क्लास। ਤਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਵੀਡੀਓ। ਅੱਜ ਦੀ ਬਹੁਤ ਦਿਨਾਂ ਬਾਅਦ ਮਿਲ ਰਹੇ ਹਾਂ ਆਪਾਂ ਇਸ ਵੀਡੀਓ ਦੇ ਨਾਲ। ਪਹਿਲਾਂ ਆਪਣੇ ਪੈਸ ਐਗਜ਼ਾਮੀਨੇਸ਼ਨ ਚੱਲ ਰਹੇ ਸੀ। ਆਈ ਹੋਪ ਕਿ ਸਾਰਿਆਂ ਦੇ ਵਧੀਆ ਹੋ ਗਏ ਹੋਣਗੇ। ਨਾਓ ਤੁਸੀਂ ਸਕੂਲ ਜਾਣ ਲਈ ਵੀ ਤਿਆਰ ਹੀ ਰਹੋ, ਕਿਉਂਕਿ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਆ ਚੁੱਕੀ ਹੈ ਕਿ ਸਕੂਲ ਵਗੈਰਾ ਓਪਨ ਹੋਣ ਵਾਲੇ ਨੇ, ਬਟ ਸਟਿਲ ਕੁਝ ਕਲੀਅਰ ਨਹੀਂ ਹੈ। ਤਾਂ ਦੇਖਦੇ ਹਾਂ ਜੀ ਜੋ ਆਪਾਂ ਨੂੰ ਕਲੈਰੀਫਿਕੇਸ਼ਨ ਮਿਲੇਗੀ ਡਿਪਾਰਟਮੈਂਟ ਵੱਲੋਂ, ਤਾਂ ਉਸ ਅਕੋਰਡਿੰਗ ਆਪਾਂ ਜਾਵਾਂਗੇ ਸਕੂਲ ਵੀ। ਤਾਂ ਸ਼ੁਰੂ ਕਰਦੇ ਹਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਆਪਣਾ ਅੱਜ ਦਾ ਸੈਸ਼ਨ। ਰਾਜੇ ਪਹਿਲਾਂ ਹੀ ਦੱਸਦਾ ਕਿ ਵੀਡੀਓ ਥੋੜੀ ਜਿਹੀ ਲੈਂਥੀ ਹੋ ਸਕਦੀ ਹੈ, ਕਿਉਂਕਿ ਬਹੁਤ ਹੀ ਇੰਪੋਰਟੈਂਟ ਸੈਸ਼ਨ ਹੈ। ਸੈਲਫ ਮੈਨੇਜਮੈਂਟ ਸਕਿੱਲਸ ਦਾ ਜੋ ਯੂਨਿਟ ਆਪਾਂ ਕਰਾਂਗੇ, ਇਸ ਦੇ ਵਿੱਚ ਆਪਣੇ ਕੋਲ ਅੱਗੇ ਸਟ੍ਰੈਸ ਮੈਨੇਜਮੈਂਟ ਆਏਗਾ। ਇਹ ਸੈਸ਼ਨ ਤੁਸੀਂ ਐ ਮੰਨ ਕੇ ਚੱਲੋ ਕਿ ਇੰਨੇ ਕੁ ਇੰਪੋਰਟੈਂਟ ਹੈ, ਇਹਨਾਂ ਦੇ ਨਾਲ ਆਪਣਾ ਲਾਈਫ ਦਾ ਵੀ ਕੰਮ ਜੁੜਿਆ ਹੋਇਆ ਕਿ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਜ਼ਰੂਰ ਕੰਮ ਆਉਣਗੀਆਂ। ਈਵਨ ਮੈਨੂੰ ਪੜ੍ਹ ਕੇ ਇੰਨਾ ਅੱਛਾ ਲੱਗਿਆ ਇਹ ਸੈਸ਼ਨ, ਤਾਂ ਮੈਂ ਚਾਹੁੰਦਾ ਕਿ ਮੈਂ ਡਿਟੇਲ ਦੇ ਵਿੱਚ ਐਕਸਪਲੇਨ ਕਰਾਂ ਤੁਹਾਨੂੰ। ਫਸਟ ਆਫ ਆਲ ਆਪਾਂ ਦੇਖਦੇ ਹਾਂ ਕਿ ਸੈਲਫ ਮੈਨੇਜਮੈਂਟ ਸਕਿੱਲਸ ਹੁੰਦੀਆਂ ਕੀ ਹੈ। ਸੈਲਫ ਮੈਨੇਜਮੈਂਟ ਮਤਲਬ ਆਪਣੇ ਆਪ ਨੂੰ ਮੈਨੇਜ ਕਰਨਾ। ਤੁਸੀਂ ਆਪਣੇ ਆਪ ਨੂੰ ਕਿੱਦਾਂ ਮੈਨੇਜ ਕਰ ਸਕਦੇ ਹੋ, ਕਿਸੇ ਵੀ ਹਾਲਾਤ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਮੈਨੇਜ ਕਰ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਇਸ ਸੈਸ਼ਨ ਦੇ ਵਿੱਚ ਸਿੱਖਾਂਗੇ। ਤਾਂ ਸੈਲਫ ਮੈਨੇਜਮੈਂਟ ਸਕਿੱਲਸ ਦੇ ਵਿੱਚ ਅਸੀਂ ਸਟ੍ਰੈਸ ਦੇ ਉੱਪਰ ਜ਼ੋਰ ਦੇਵਾਂਗੇ। ਤਾਂ ਸਟ੍ਰੈਸ ਮੈਨੇਜਮੈਂਟ ਦੇ ਉੱਪਰ ਕੰਮ ਕਰਾਂਗੇ। ਤਾਂ ਫਸਟ ਆਫ ਆਲ ਆਪਾਂ ਸੈਲਫ ਮੈਨੇਜਮੈਂਟ ਦੇਖਦੇ ਹਾਂ ਕਿ ਹੁੰਦਾ ਕੀ ਹੈ। ਸੈਲਫ ਮੈਨੇਜਮੈਂਟ ਆਲਸੋ ਰੈਫਰਡ ਐਸ ਟੂ ਸੈਲਫ ਕੰਟਰੋਲ। ਆਪਣੇ ਆਪ 'ਤੇ ਕਾਬੂ ਰੱਖਣਾ ਇਜ਼ ਦ ਐਬਿਲਿਟੀ ਟੂ ਕੰਟਰੋਲ ਵਨਸ ਇਮੋਸ਼ਨਸ। ਤਾਂ ਆਪਣੇ ਇਮੋਸ਼ਨਸ ਦੇ ਉੱਪਰ ਅਗਰ ਤੁਸੀਂ ਕਾਬੂ ਰੱਖਣਾ ਚਾਹੁੰਦੇ ਹੋ, ਇਟ ਮੀਨਸ ਕਿ ਸੈਲਫ ਮੈਨੇਜਮੈਂਟ ਦੇ ਨਾਲ ਹੀ ਅਸੀਂ ਆਪਣੇ ਹਾਵ ਭਾਵ, ਆਪਣੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ। ਆਪਣੇ ਵਿਚਾਰ ਹੈ, ਆਪਣਾ ਬਿਹੇਵੀਅਰ ਹੈ, ਉਸ ਨੂੰ ਕੰਟਰੋਲ ਕਰ ਸਕਦੇ ਹਾਂ ਡਿਫਰੈਂਟ ਸਿਚੁਏਸ਼ਨ ਦੇ ਵਿੱਚ, ਵੱਖ-ਵੱਖ ਹਾਲਾਤਾਂ ਦੇ ਵਿੱਚ। ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਕੋਈ ਡਰ ਦੀ ਸਿਚੁਏਸ਼ਨ ਹੈ ਜਿੱਥੇ ਆਪਾਂ ਨੂੰ ਡਰਨਾ ਚਾਹੀਦਾ। ਉੱਥੇ ਕੁਝ ਵਿਅਕਤੀ ਹੁੰਦੇ ਨੇ ਬਹੁਤ ਜ਼ਿਆਦਾ ਡਰਦੇ ਨੇ, ਪਰ ਕੁਝ ਵਿਅਕਤੀ ਆਪਣੇ ਆਪ ਨੂੰ ਸੰਭਾਲ ਲੈਂਦੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸੈਲਫ ਮੈਨੇਜਮੈਂਟ ਦੇ ਅੰਡਰ ਕੰਸੀਡਰ ਕਰ ਸਕਦੇ ਹਾਂ। ਦਿਸ ਆਲਸੋ ਇਨਕਲੂਡ ਮੋਟੀਵੇਟਿੰਗ ਵਨਸੈਲਫ ਐਂਡ ਸੈਟਿੰਗ ਗੋਲਸ। ਆਪਣੇ ਆਪ ਨੂੰ ਮੋਟੀਵੇਟ ਰੱਖਣਾ, ਆਪਣੇ ਆਪ ਦੀ ਹੌਸਲਾ ਅਫਜ਼ਾਈ ਕਰਨਾ ਜਾਂ ਕੁਝ ਟੀਚੇ ਮਿੱਥਣਾ, ਇਸ ਨੂੰ ਵੀ ਅਸੀਂ ਸੈਲਫ ਮੈਨੇਜਮੈਂਟ ਦੇ ਵਿੱਚ ਕੰਸੀਡਰ ਕਰਦੇ ਹਾਂ। ਪੀਪਲ ਵਿਦ ਸਟਰੋਂਗ ਸੈਲਫ ਮੈਨੇਜਮੈਂਟ ਸਕਿੱਲਸ ਆਰ ਬੈਟਰ ਇਨ ਡੂਇੰਗ ਸਰਟਨ ਥਿੰਗਸ ਬੈਟਰ ਦੈਨ ਅਦਰਸ। ਤਾਂ ਇਹ ਮੰਨਿਆ ਜਾਂਦਾ ਹੈ ਕਿ ਕੁਝ ਵਿਅਕਤੀ ਜੋ ਸੈਲਫ ਮੈਨੇਜਮੈਂਟ ਬਹੁਤ ਜ਼ਿਆਦਾ ਐਫੀਸ਼ੀਐਂਟ ਹੁੰਦੇ ਨੇ, ਪ੍ਰਭਾਵੀ ਹੁੰਦੇ ਨੇ, ਉਹ ਹੋਰ ਵਿਅਕਤੀਆਂ ਨਾਲੋਂ ਜ਼ਿਆਦਾ ਬੈਟਰ ਕੰਮ ਕਰਦੇ ਨੇ। ਦੇਅਰਫੋਰ employers to strongly prefer people with good self management skills। ਤਾਂ ਇਸੇ ਵਜ੍ਹਾ ਨਾਲ ਕੰਮ ਦੇ ਉੱਪਰ ਵੀ ਜੋ ਬੌਸ ਹੁੰਦਾ ਹੈ ਉਹ ਪ੍ਰੈਫਰ ਕਰਦਾ ਹੈ ਕਿ ਜੋ ਮੇਰੇ ਵਰਕਰਸ ਨੇ, ਜੋ ਮੇਰੇ ਨਾਲ ਜੁੜੇ ਹੋਏ ਨੇ ਵਿਅਕਤੀ, ਉਹਨਾਂ ਨੂੰ ਸੈਲਫ ਮੈਨੇਜਮੈਂਟ ਸਕਿੱਲ ਆਉਂਦੀ ਹੋਵੇ। ਇਹ ਤਾਂ ਗੱਲ ਹੋ ਗਈ ਕਿ ਸੈਲਫ ਮੈਨੇਜਮੈਂਟ ਸਕਿੱਲ ਹੁੰਦੀ ਕੀ ਹੈ। ਕੁਝ ਬੇਸਿਕਸ ਦੇਖ ਲੈਂਦੇ ਹਾਂ। ਟੂ ਪਰਫਾਰਮ ਵੈਲ ਐਟ ਵਰਕ ਐਂਡ ਲਾਈਫ in general, you must be able to manage and improve yourself in various skills including discipline, timeline, goal setting, problem solving, teamwork, professionalism। ਹੁਣ ਇਹ ਸਾਰੇ ਇੰਗਲਿਸ਼ ਦੇ ਵਿੱਚ ਪੜ੍ਹਤਾ, ਹੁਣ ਪੰਜਾਬੀ ਦੇ ਵਿੱਚ ਦੇਖਦੇ ਹਾਂ। ਹੁਣ ਦੇਖੋ, ਆਪਣੇ ਆਪ ਨੂੰ ਮੈਨੇਜ ਕਰਨ ਦੇ ਵਿੱਚ ਜਾਂ ਆਪਣੇ ਕੰਮ ਨੂੰ ਮੈਨੇਜ ਕਰਨਾ ਹੋਵੇ, ਆਪਣੀ ਜ਼ਿੰਦਗੀ ਦੇ ਵਿੱਚ ਨੋਰਮਲੀ ਕੋਈ ਕੰਮ ਮੈਨੇਜ ਕਰਨਾ ਹੋਵੇ, ਉਸ ਦੇ ਵਿੱਚ ਆਪਾਂ ਨੂੰ ਸੈਲਫ ਮੈਨੇਜਮੈਂਟ ਸਕਿੱਲ ਜ਼ਰੂਰੀ ਆਉਣੀ ਚਾਹੀਦੀ ਹੈ, ਜਿਸ ਦੇ ਵਿੱਚ ਅਸੀਂ ਕਿਆ ਚੀਜ਼ਾਂ ਮੈਨੇਜ ਕਰਦੇ ਹਾਂ। ਜਿਵੇਂ ਡਿਸਿਪਲਿਨ ਹੋ ਗਿਆ, ਟਾਈਮ ਲਾਈਨਸ ਹੋ ਗਈਆਂ, ਜਿਵੇਂ ਕੁਝ ਸਮੇਂ 'ਤੇ ਆਪਾਂ ਨੂੰ ਕੋਈ ਕੰਮ ਕਰਕੇ ਦੇਣਾ, ਉਹ ਕਿਵੇਂ ਕਰਾਂਗੇ ਅਸੀਂ, ਉਹ ਸਮੇਂ ਨੂੰ ਕਿਵੇਂ ਮੈਨੇਜ ਕਰਨਾ ਹੈ, ਇਹ ਸਾਰੀਆਂ ਹੀ ਸੈਲਫ ਮੈਨੇਜਮੈਂਟ ਦਾ ਹਿੱਸਾ ਨੇ। ਗੋਲ ਸੈਟਿੰਗ ਹੋ ਗਿਆ, ਵੀ ਇੱਕ ਟੀਚਾ ਮਿੱਥ ਰਹੇ ਆਪਾਂ। ਪ੍ਰੋਬਲਮ ਸੋਲਵਿੰਗ ਹੋ ਗਿਆ, ਕੋਈ ਪਰੇਸ਼ਾਨੀ ਆ ਰਹੀ ਹੈ, ਕੋਈ ਪ੍ਰੋਬਲਮ ਆ ਰਹੀ ਹੈ, ਉਸ ਨੂੰ ਕਿਵੇਂ ਹੈਂਡਲ ਕਰਨਾ। ਟੀਮ ਵਰਕ ਹੋ ਗਿਆ। ਤਾਂ ਇਹ ਸਾਰੀਆਂ ਸਕਿੱਲਸ ਆਪਣੇ ਵਿੱਚ ਹੋਣੀਆਂ ਚਾਹੀਦੀਆਂ ਨੇ ਅਗਰ ਅਸੀਂ ਸੈਲਫ ਮੈਨੇਜਮੈਂਟ ਦੀ ਗੱਲ ਕਰਦੇ ਹਾਂ। Once you develop your personality and abilities in these areas, you will able to succeed in personal as well as professional life। ਤਾਂ ਇਹ ਕਹਿ ਰਹੇ ਨੇ ਅਗਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਮਹਾਰਤ ਹਾਸਲ ਹੋਵੇ ਤਾਂ ਅਸੀਂ ਆਪਣੀ ਜ਼ਿੰਦਗੀ ਜਾਂ ਆਪਣੇ ਕੰਮ ਦੇ ਪ੍ਰਤੀ ਬਹੁਤ ਜ਼ਿਆਦਾ ਸਕਸੈਸਫੁਲ ਹੋ ਸਕਦੇ ਹਾਂ। Following are some of the skills you must master to succeed in life। ਹੁਣ ਦੇਖੋ, ਇਹਨਾਂ ਨੇ ਦੱਸਿਆ ਕਿ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਕੁਝ ਇਹ ਵਾਲੀਆਂ ਸਕਿੱਲਸ ਦਿੱਤੀਆਂ ਹੋਈਆਂ ਨੇ ਸਾਨੂੰ, ਜੋ ਸਾਨੂੰ ਆਉਣੀਆਂ ਹੀ ਚਾਹੀਦੀਆਂ ਨੇ। ਜਿਵੇਂ ਫਸਟ
ਆਪਾਂ ਨੂੰ ਦਿੱਤੀ ਹੋਈ ਹੈ ਸੈਲਫ ਅਵੇਅਰਨੈਸ। ਸੈਲਫ ਅਵੇਅਰਨੈਸ ਦਾ ਮਤਲਬ ਹੁੰਦਾ ਹੈ ਕਿ ਸਾਨੂੰ ਆਪਣੇ ਬਾਰੇ ਪਤਾ ਹੋਣਾ ਚਾਹੀਦਾ, ਅਸੀਂ ਕਿਆ ਕਰ ਰਹੇ ਹਾਂ, ਕਿਆ ਕਰਨ ਜਾ ਰਹੇ ਹਾਂ ਜਾਂ ਕਿਆ ਕਰ ਚੁੱਕੇ ਹਾਂ। ਮਤਲਬ ਆਪਣੇ ਬਾਰੇ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਆਸਕ ਫॉर ਓਨੈਸਟ ਫੀਡਬੈਕ। ਹੁਣ ਦੇਖੋ, ਫੀਡਬੈਕ ਦਾ ਮਤਲਬ ਹੁੰਦਾ ਕਿਸੇ ਤੋਂ ਅਸੀਂ ਰਿਵਿਊਜ਼ ਲੈ ਰਹੇ ਹਾਂ, ਤਾਂ ਇਮਾਨਦਾਰੀ ਰੱਖੋ। ਅਗਰ ਤੁਹਾਡੇ ਬਾਰੇ ਕੋਈ ਕੁਝ ਕਹਿ ਰਿਹਾ ਵੀ ਹਾਂਜੀ ਇਹ ਤੁਹਾਡੇ 'ਚ ਕਮੀ ਹੈ, ਇੱਦਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਕੜ ਕੇ ਕਹਿ ਰਹੇ ਹੋ ਵੀ ਤੂੰ ਮੈਨੂੰ ਇਹ ਕਹਿ ਕਿਵੇਂ ਦਿੱਤਾ ਹੈ। ਆਪਣੇ ਆਪ ਨਾਲ ਤੁਸੀਂ ਇਮਾਨਦਾਰ ਰਹੋ। ਅਗਰ ਕੋਈ ਕੁਝ ਕਹਿ ਰਿਹਾ, ਅਗਰ ਉਸਨੇ ਕੁਝ ਨੋਟ ਕੀਤਾ ਹੈ, ਉਹ ਤਾਂ ਹੀ ਕਹੇਗਾ ਤੁਹਾਨੂੰ। ਤਾਂ ਇਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਸਾਨੂੰ ਆਪਣੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਹੁਣ ਉਹ ਨੌਲੇਜ ਕਿਵੇਂ ਹੋਏਗੀ? ਗੈਦਰ ਇਨਸਾਈਟਸ ਔਨ ਯੋਰ ਪਰਸਨੈਲਿਟੀ ਐਂਡ ਵਰਕ ਸਪੈਸੀਫਿਕ ਪ੍ਰੋਫੈਂਸੀਜ਼। ਆਪਾਂ ਨੂੰ ਆਪਣੇ ਆਪ ਤੋਂ ਸਵਾਲ ਪੁੱਛਣੇ ਚਾਹੀਦੇ ਨੇ, ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਆਪਣੀ ਪਰਸਨੈਲਿਟੀ ਬਾਰੇ ਪੁੱਛਣਾ ਚਾਹੀਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਥਿੰਕ ਅਬਾਊਟ ਯੋਰ ਡੇਲੀ ਇੰਟਰੈਕਸ਼ਨ ਐਂਡ ਹਾਊ ਯੂ ਹੈਂਡਲ ਸਿਚੁਏਸ਼ਨ ਵੈਲ ਔਰ ਕੁਡ ਹੈਵ ਹੈਂਡਲ ਦੈਮ ਡਿਫਰੈਂਟਲੀ। ਆਪਣੇ ਬਾਰੇ ਸੋਚੋ, ਡੇਲੀ ਦੇਖੋ ਕਿ ਅਸੀਂ ਕਿਆ ਕਿਆ ਕੰਮ ਕਰਦੇ ਹਾਂ ਅਤੇ ਅਸੀਂ ਹਾਲਾਤ ਨੂੰ ਕਿਵੇਂ ਹੈਂਡਲ ਕਰਦੇ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਤਾਂ ਹੋ ਗਈਆਂ ਸੈਲਫ ਅਵੇਅਰਨੈਸ, ਕਿ ਸਾਨੂੰ ਆਪਣੇ ਬਾਰੇ ਪਤਾ ਹੈ। ਦੈਨ ਉਸ ਤੋਂ ਬਾਅਦ ਹੈ ਰਿਸਪੌਂਸੀਬਿਲਿਟੀ। ਰਿਸਪੌਂਸੀਬਿਲਿਟੀ ਪੰਜਾਬੀ ਦੇ ਕਹਿ ਦਿੰਦੇ ਹਾਂ ਜ਼ਿੰਮੇਵਾਰੀਆਂ। ਤਾਂ ਸਾਨੂੰ ਜ਼ਿੰਮੇਵਾਰੀਆਂ ਲੈਣ ਤੋਂ ਡਰਨਾ ਨਹੀਂ ਚਾਹੀਦਾ। ਅਗਰ ਕੋਈ ਕੰਮ ਸਾਨੂੰ ਆ ਰਿਹਾ ਹੈ ਤਾਂ ਉਸਦੀ ਰਿਸਪੌਂਸੀਬਿਲਿਟੀ ਲੈਣੀ ਚਾਹੀਦੀ ਹੈ। ਜਿਵੇਂ ਟੇਕਿੰਗ ਰਿਸਪੌਂਸੀਬਿਲਿਟੀ ਫॉर योर टास्क इज़ वेरी इंपॉर्टेंट। ਆਪਣੇ ਕੰਮ ਦੀ ਜ਼ਿੰਮੇਵਾਰੀ ਲੈਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਟੇਕਿੰਗ ਓਨਰਸ਼ਿਪ ਇਜ਼ ਦ ਸਟੈਪ ਟੂਵਰਡ ਸੈਲਫ ਡਿਵੈਲਪਮੈਂਟ। ਤਾਂ ਜਦੋਂ ਅਸੀਂ ਰਿਸਪੌਂਸੀਬਿਲਿਟੀ ਲੈਂਦੇ ਹਾਂ ਤਾਂ ਸੈਲਫ ਡਿਵੈਲਪਮੈਂਟ ਵੱਲ ਇੱਕ ਸਟੈਪ ਅਸੀਂ ਵਧਾ ਰਹੇ ਹਾਂ। ਫੋਰ ਐਗਜ਼ਾਮਪਲ, ਇਫ ਯੂ ਹੈਵ ਅਸਾਈਨਡ ਅ ਟਾਸਕ ਬਾਈ ਟੀਚਰ, ਅਗਰ ਤੁਹਾਨੂੰ ਕੋਈ ਕੰਮ ਟੀਚਰ ਵੱਲੋਂ ਦੱਸਿਆ ਜਾ ਰਿਹਾ ਹੈ, ਇਨਸ਼ੋਰ ਯੂ ਟੇਕ ਕੰਪਲੀਟ ਓਨਰਸ਼ਿਪ। ਤਾਂ ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਕਿ ਅਸੀਂ ਪੂਰੀ ਜ਼ਿੰਮੇਵਾਰੀ ਲੈ ਰਹੇ ਹਾਂ ਉਸ ਕੰਮ ਦੀ। ਇਵਨ ਇਫ ਯੂ ਆਰ ਅਨੇਬਲ ਟੂ ਕੰਪਲੀਟ ਦਾ ਟਾਸਕ ਔਨ ਟਾਈਮ, ਅਗਰ ਤੁਸੀਂ ਉਸਨੂੰ ਟਾਈਮ 'ਤੇ ਨਹੀਂ ਵੀ ਕਰ ਸਕਦੇ ਪਰ ਪੂਰੀ ਜ਼ਿੰਮੇਵਾਰੀ ਨਾਲ ਕਰ ਰਹੇ ਹੋ, ਯੂ ਮਸਟ ਰਿਪੋਰਟ ਇਟ ਦੈਨ ਕਰੈਕਟ ਇਟ। ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਤਾਂ ਇਹ ਹੋ ਗਿਆ ਜੀ ਰਿਸਪੌਂਸੀਬਿਲਿਟੀ। ਅਗਰ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਣਾ ਚਾਹੁੰਦੇ ਹੋ ਤਾਂ ਸੈਲਫ ਅਵੇਅਰਨੈਸ ਹੋਵੇ, ਰਿਸਪੌਂਸੀਬਿਲਿਟੀ ਹੋਵੇ। ਦੈਨ ਥਰਡ ਵਨ ਇਜ਼ ਟਾਈਮ ਮੈਨੇਜਮੈਂਟ ਹੋਣਾ ਚਾਹੀਦਾ। ਟਾਈਮ ਮੈਨੇਜਮੈਂਟ ਨੂੰ ਅਸੀਂ ਕਿਆ ਕਹਿ ਸਕਦੇ ਹਾਂ ਕਿ ਸਾਨੂੰ ਉਹਨਾਂ ਕੰਮਾਂ ਨੂੰ ਪ੍ਰਾਇਓਰਿਟੀ ਦੇਣੀ ਚਾਹੀਦੀ ਹੈ, ਪਹਿਲ ਦੇਣੀ ਚਾਹੀਦੀ ਹੈ ਜੋ ਸਾਨੂੰ ਇੰਪੋਰਟੈਂਟ ਲੱਗਦੇ ਨੇ, ਜਿਨ੍ਹਾਂ ਦਾ ਮਹੱਤਵ ਜ਼ਿਆਦਾ ਹੈ। ਤਾਂ ਉਹਨਾਂ ਕੰਮਾਂ ਨੂੰ ਪ੍ਰੈਫਰੈਂਸ ਦਿਓ। ਰਿਮੂਵ ਵੇਸਟ ਐਂਡ ਰਿਡੰਡੈਂਸੀ ਫਰੋਮ ਯੂਰ ਵਰਕ। ਆਪਣੇ ਕੰਮ ਦੇ ਵਿੱਚੋਂ ਜੋ ਵੇਸਟ ਕੰਮ ਹੈ ਜਾਂ ਜੋ ਡੁਪਲੀਕੇਟ ਕੰਮ ਹੈ, ਮਤਲਬ ਜਿਹੜੇ ਕੰਮਾਂ ਨੂੰ ਕਰਨ ਦੀ ਲੋੜ ਹੀ ਨਹੀਂ ਹੈ, ਉਹਨਾਂ ਨੂੰ ਕੱਢ ਦਿਓ। ਇੱਕ ਟਾਈਮ ਟੇਬਲ ਬਣਾ ਲਓ, ਉਸ ਟਾਈਮ ਟੇਬਲ ਦੇ ਅਕੋਰਡਿੰਗ ਚੱਲੋ, ਟਾਈਮ ਆਪੇ ਮੈਨੇਜ ਹੋਏਗਾ। ਅਡੈਪਟੇਬਿਲਿਟੀ ਦਾ ਮਤਲਬ ਹੁੰਦਾ ਹੈ ਕਿ ਨਵੀਂ ਇਨਫੋਰਮੇਸ਼ਨ ਨਾਲ ਅਸੀਂ ਅਪ ਟੂ ਡੇਟ ਰਹੀਏ ਅਤੇ ਕਿਸੇ ਵੀ ਹਾਲਾਤ ਦੇ ਵਿੱਚ ਅਸੀਂ ਅਡੈਪਟੇਬਲ ਹੋਈਏ। ਅਡੈਪਟੇਬਲ ਦਾ ਮਤਲਬ ਹੁੰਦਾ ਹੈ ਕਿ ਅਸੀਂ ਉਸ ਹਾਲਾਤ ਦੇ ਵਿੱਚ ਢਲਣ ਦੇ ਲਾਇਕ ਹੋਈਏ। ਤਾਂ ਇਹ ਤਾਂ ਸੀਗਾ ਜੀ ਸੈਲਫ ਮੈਨੇਜਮੈਂਟ, ਜੋ ਇਹ ਚੈਪਟਰ ਹੈ ਇਹ ਕਿਆ ਕਹਿਣਾ ਚਾਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਦੈਨ ਸੈਸ਼ਨ 1 ਸ਼ੁਰੂ ਕਰਾਂਗੇ ਜੀ ਹੁਣ, ਸਟ੍ਰੈਸ ਮੈਨੇਜਮੈਂਟ, ਜੋ ਸੈਲਫ ਮੈਨੇਜਮੈਂਟ ਦੇ ਅੰਡਰ ਹੀ ਆਉਂਦਾ ਹੈ। ਤਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਸਟ੍ਰੈਸ ਮੈਨੇਜਮੈਂਟ ਵੀ ਕਾਫੀ ਇੰਪੋਰਟੈਂਟ ਸੈਸ਼ਨ ਹੈ ਜੀ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਸਟ੍ਰੈਸ ਬਹੁਤ ਹੀ ਕਾਮਨ ਚੀਜ਼ ਹੈ। ਸਟ੍ਰੈਸ ਮਤਲਬ ਇੱਕ ਤਣਾਅ ਆਪਣੇ ਮਾਈਂਡ ਦੇ ਵਿੱਚ ਹੈ। ਤਣਾਅ ਮਤਲਬ ਟੈਨਸ਼ਨ ਕਹਿ ਸਕਦੇ ਹਾਂ। ਹੁਣ ਦੇਖੋ, ਮੈਨੂੰ ਟੈਨਸ਼ਨ ਹੈ ਕਿ ਮੈਂ ਤੁਹਾਨੂੰ ਟਾਈਮ ਟੂ ਟਾਈਮ ਵੀਡੀਓਜ਼ ਬਣਾ ਕੇ ਦੇਵਾਂ ਅਤੇ ਤੁਸੀਂ ਮੇਰੀ ਵੀਡੀਓਜ਼ ਨੂੰ ਦੇਖੋ, ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਟਾਈਮ ਟੂ ਟਾਈਮ। ਤਾਂ ਇਹ ਮੇਰੀ ਟੈਨਸ਼ਨ ਹੈ। ਮੈਨੂੰ ਵੀ ਇੱਕ ਤਰ੍ਹਾਂ ਦੀ ਟੈਨਸ਼ਨ ਹੈ, ਤੁਹਾਨੂੰ ਵੀ ਇੱਕ ਤਰ੍ਹਾਂ ਦੀ ਟੈਨਸ਼ਨ ਹੈ ਕਿ ਹਾਏ ਕਿਤੇ 15 ਤੋਂ ਸਕੂਲ ਖੁੱਲ੍ਹ ਹੀ ਨਾ ਜਾਣ। ਤਾਂ ਇਹ ਵੀ ਇੱਕ ਤਰ੍ਹਾਂ ਦਾ ਸਟ੍ਰੈਸ ਹੈ। ਹੁਣ ਦੇਖੋ, ਇਸ ਸੈਸ਼ਨ ਦੇ ਵਿੱਚ ਅਸੀਂ ਆਹੀ ਚੀਜ਼ਾਂ ਪੜ੍ਹਾਂਗੇ ਕਿ ਸਟ੍ਰੈਸ ਹੁੰਦਾ ਕੀ ਹੈ ਅਤੇ ਉਸ ਨੂੰ ਮੈਨੇਜ ਕਿਵੇਂ ਕਰਦੇ ਹਾਂ। ਇੱਥੇ ਇਹਨਾਂ ਨੇ ਕੁਝ ਐਗਜ਼ਾਮਪਲਸ ਦਿੱਤੀਆਂ ਨੇ ਕਿ ਆਪਾਂ ਨੂੰ ਕਦੇ ਨਾ ਕਦੇ ਟੈਨਸ਼ਨ ਹੁੰਦੀ ਹੈ ਕਿ ਵੀ ਮੈਂ ਇੱਕ ਐਗਜ਼ਾਮ ਤੋਂ ਪਾਸ ਹੋ ਜਾਵਾਂਗਾ ਜਾਂ ਨਹੀਂ। ਉਸ ਟਾਈਮ ਅਸੀਂ ਪ੍ਰੈਸ਼ਰ ਨੂੰ ਫੀਲ ਕਰਦੇ ਹਾਂ ਜੋ ਅਸੀਂ ਮਾਈਂਡ ਦੇ ਵਿੱਚ ਲੈ ਰਹੇ ਹੁੰਦੇ ਹਾਂ। ਡੂ ਯੂ ਫੀਅਰ ਦੈਟ ਯੂ ਵਿਲ ਅਨਸਕਸੈਸਫੁਲ ਇਨ ਲਾਈਫ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸਫਲ ਹੋ ਜਾਓਗੇ। ਤਾਂ ਇਹ ਵੀ ਇੱਕ ਤਰ੍ਹਾਂ ਦਾ ਸਟ੍ਰੈਸ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਸਟ੍ਰੈਸ ਕਹਿ ਕੇ ਚੱਲਦੇ ਹਾਂ, ਜੋ ਆਪਣੇ ਮਾਈਂਡ ਨੂੰ ਟੈਨਸ਼ਨ ਦੇਣ। ਹੁਣ ਜ਼ਰੂਰੀ ਨਹੀਂ ਹੈ ਕਿ ਸਟ੍ਰੈਸ
ਤੁਹਾਡੇ ਲਈ ਨੁਕਸਾਨਦਾਇਕ ਹੋਵੇ। ਕੁਝ ਸਟ੍ਰੈਸ ਐਸਾ ਹੁੰਦਾ ਹੈ ਜੋ ਤੁਹਾਨੂੰ ਮੋਟੀਵੇਟ ਕਰਦਾ ਹੈ ਕਿ ਤੁਸੀਂ ਆਪਣੇ ਲਾਈਫ ਨੂੰ ਜਾਂ ਆਪਣੇ ਟੀਚੇ ਨੂੰ ਹਾਸਲ ਕਰੋ। ਪਰ ਅਗਰ ਸਟ੍ਰੈਸ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਰਹੇ, ਜਿਵੇਂ ਇਹਨਾਂ ਨੇ ਲਿਖਿਆ ਪ੍ਰੋਲੋਂਗ ਪੀਰੀਅਡ ਆਫ ਟਾਈਮ, ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਰਹੇ, ਤਾਂ ਉਹ ਆਪਣੇ ਹੈਲਥ ਨੂੰ ਨੁਕਸਾਨ ਵੀ ਕਰਦਾ ਹੈ, ਮੈਂਟਲ ਕੰਡੀਸ਼ਨ ਨੂੰ ਨੁਕਸਾਨ ਕਰਦਾ, ਆਪਣੇ ਦਿਮਾਗ ਨੂੰ ਅਸਰ ਪਹੁੰਚਾਉਂਦਾ ਹੈ। ਤਾਂ ਸਟ੍ਰੈਸ ਨੂੰ ਹਟਾਉਣ ਦੇ ਲਈ ਸਟ੍ਰੈਸ ਮੈਨੇਜਮੈਂਟ ਆਉਣਾ ਚਾਹੀਦਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਸਟ੍ਰੈਸ ਬਾਰੇ ਦੇਖਦੇ ਹਾਂ ਡਿਟੇਲ ਦੇ ਵਿੱਚ ਕਿ ਸਟ੍ਰੈਸ ਹੁੰਦਾ ਕੀ ਹੈ। ਸਟ੍ਰੈਸ ਦਾ ਮਤਲਬ ਟੈਂਸ਼ਨ ਹੋ ਗਿਆ ਜਾਂ ਤਣਾਅ ਹੋ ਗਿਆ। ਸਟ੍ਰੈਸ ਕੈਨ ਬੀ ਡਿਫਾਈਨਡ ਐਜ਼ ਅਵਰ ਇਮੋਸ਼ਨਲ, ਮੈਂਟਲ, ਫਿਜ਼ੀਕਲ ਐਂਡ social reaction to any perceived demand or threat। तो स्ट्रेस क्या होता है, टेंशन क्या होती है कि अपना रिएक्शन कैसा रहेगा किसी चीज़ की डिमांड या किसी डर के पीछे। जिवें डर है कि मैं फेल ना हो जा, या डिमांड है कि मैं एक काम करा टाइम ते फिनिश करा, तो ऐसी डिमांड या कोई डर के पीछे मेरा रिएक्शन की रहेगा। चाहे वो मेरा बॉडी मूवमेंट वाला रिएक्शन है, चाहे मेरा सोशल रिएक्शन है भी आले दुआले मैं लोगों नाल मिल के मेरे वो रिएक्शन है, चाहे वो मेरी मैंटल कंडीशन है, दिमागी कंडीशन है, मैं हंस के गल्लां कर रहा या हंस के काम कर रहा या बिल्कुल दुखी होकर काम कर रहे हैं, ये सारा ही ਆਪਾਂ ਸਟ੍ਰੈਸ ਦੇ ਵਿੱਚ ਕੰਸੀਡਰ ਕਰਦੇ ਹਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਮੈਂ ਰਿਐਕਸ਼ਨ कैसा दे रहा, मेरे हाव भाव कैसे हैं। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਸਟ੍ਰੈਸ ਕਹਿੰਦੇ ਹਾਂ। These demands or threats are called stressors। ਤਾਂ ਜੋ ਡਿਮਾਂਡਸ ਤੇ ਥ੍ਰੈਟਸ ਨੇ ਜਿਨ੍ਹਾਂ ਕਰਕੇ ਸਾਨੂੰ ਤਣਾਅ ਮਹਿਸੂਸ ਹੋ ਰਿਹਾ, ਉਹਨਾਂ ਨੂੰ ਅਸੀਂ ਸਟ੍ਰੈਸਰਸ ਕਹਿ ਦਿੰਦੇ ਹਾਂ। ਸਟ੍ਰੈਸਰਸ ਆਰ ਦਾ ਰੀਜ਼ਨ ਫॉर ਸਟ੍ਰੈਸ। ਇਹੀ ਕਾਰਨ ਹੁੰਦੇ ਨੇ ਜਿਨ੍ਹਾਂ ਕਰਕੇ ਸਾਨੂੰ ਸਟ੍ਰੈਸ ਹੁੰਦਾ ਹੈ। ਫॉर एग्जांपल, you are too close to the exam but feel unprepared। ਤਾਂ ਇੱਕ ਤਰ੍ਹਾਂ ਦਾ ਸਟ੍ਰੈਸਰ ਹੈ ਕਿ ਤੁਸੀਂ ਪੇਪਰਾਂ ਦੇ ਬਹੁਤ ਨੇੜੇ ਹੋ, ਮਤਲਬ ਪੇਪਰ ਬਹੁਤ ਜਲਦੀ ਸ਼ੁਰੂ ਹੋਣ ਵਾਲੇ ਨੇ, ਪਰ ਤੁਸੀਂ ਫੀਲ ਕਰ ਰਹੇ ਹੋ ਕਿ ਮੇਰੀ ਤਿਆਰੀ ਹੀ ਨਹੀਂ ਹੈ। ਤਾਂ ਇੱਕ ਤਰ੍ਹਾਂ ਦਾ ਸਟ੍ਰੈਸਰ ਹੋ ਗਿਆ। ਇੱਕ ਦੋ ਹੋਰ ਪੜ੍ਹਦੇ ਹਾਂ। ਯੂ ਆਰ ਸਟ੍ਰੈਸ ਡਿਊ ਟੂ ਲੈਕ ਆਫ ਸਲੀਪ। ਅਗਰ ਤੁਸੀਂ ਸੌਂਦੇ ਨਹੀਂ ਹੋ ਤਾਂ ਇਹ ਵੀ ਇੱਕ ਤਰ੍ਹਾਂ ਦਾ ਸਟ੍ਰੈਸ ਹੈ। ਬਿਲਕੁਲ ਜੀ, ਇਹ ਸੌਣ ਵਾਲੀ ਜੋ ਚੀਜ਼ ਹੈ ਬਹੁਤ ਇੰਪੋਰਟੈਂਟ ਹੈ ਤੁਹਾਡੇ ਸਟ੍ਰੈਸ ਨੂੰ ਮੈਨੇਜ ਕਰਨ ਦੇ ਲਈ, ਜੋ ਅੱਗੇ ਪੜਾਂਗੇ ਕਿ ਤੁਸੀਂ ਆਪਣੇ ਸਟ੍ਰੈਸ ਨੂੰ ਅਗਰ ਘਟਾਉਣਾ ਚਾਹੁੰਦੇ ਹੋ ਤਾਂ ਪ੍ਰੋਪਰ ਨੀਂਦ ਪੂਰੀ ਕਰੋ। ਤੇ ਨੈਕਸਟ ਹੈ ਸਟ੍ਰੈਸ ਮੈਨੇਜਮੈਂਟ। ਤਾਂ ਸਟ੍ਰੈਸ ਨੂੰ ਅਸੀਂ ਮੈਨੇਜ ਕਿਵੇਂ ਕਰ ਸਕਦੇ ਹਾਂ। ਹੁਣ ਤੱਕ ਅਸੀਂ ਪੜ੍ਹਿਆ ਕਿ ਸਟ੍ਰੈਸ ਹੁੰਦਾ ਕਿਵੇਂ ਹੈ, ਕਿਹੜੇ ਕਾਰਨਾਂ ਕਰਕੇ ਹੋ ਰਿਹਾ, ਜਿਵੇਂ ਕੋਈ ਪ੍ਰੈਸ਼ਰ ਹੈ ਜਾਂ ਕੋਈ ਡਰ ਹੈ, ਉਹਨਾਂ ਕਰਕੇ ਸਾਨੂੰ ਸਟ੍ਰੈਸ ਹੋ ਰਿਹਾ। ਦੇਖੋ, ਇਸ ਦੇ ਲਈ ਆਪਾਂ ਨੂੰ ਸੈਲਫ ਅਵੇਅਰਨੈਸ ਹੋਣੀ ਜ਼ਰੂਰੀ ਹੈ ਕਿ ਸਾਨੂੰ ਆਪਣੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਸਟ੍ਰੈਸ ਹੋ ਵੀ ਰਿਹਾ ਜਾਂ ਨਹੀਂ ਹੋ ਰਿਹਾ, ਜਾਂ ਹੈ ਜਾਂ ਹੋਏਗਾ, ਕਿਹੜੀ ਗੱਲ ਤੋਂ ਹੋ ਰਿਹਾ, ਇਹ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। ਸੈਲਫ ਅਵੇਅਰਨੈਸ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਆਪਣੇ ਸਟ੍ਰੈਸ ਨੂੰ ਮੈਨੇਜ ਕਰ ਸਕਦੇ ਹਾਂ। ਸਟ੍ਰੈਸ ਇਜ਼ ਅ ਪਾਰਟ ਆਫ ਐਵਰੀਡੇ ਲਾਈਫ। ਹਰ ਦਿਨ ਦਾ ਇੱਕ ਹਿੱਸਾ ਹੈ ਕਿ ਸਾਡੇ ਮਾਈਂਡ 'ਤੇ ਕੋਈ ਨਾ ਕੋਈ ਸਟ੍ਰੈਸ ਜਾਂ ਟੈਂਸ਼ਨ ਹੋ ਸਕਦੀ ਹੈ। देयर आर मैनी इंस्टांसिस वैन स्ट्रैस कैन बी हैल्पफुल। बहुत सारिया एग्जाम्पल्स हैं जो स्ट्रैस अपने लिए हैल्पफुल भी हो सकता है। जिमें मान लो कि फायर अलार्म अगर बजदा है, किसी बिल्डिंग के विच अग लग रही है तो फायर अलार्म उत्थे वजन लग गया, तो वो एक तरह का स्ट्रैस है मेरे लिए कि खतरा है कोई नेड़े तेड़े, तो वो स्ट्रैस मेरी जान बचा सकता है। तो एक तरह का अच्छा स्ट्रैस हो गया। The stress created by a deadline to finish a paper can motivate you to finish the assignment on time। अगर कोई तनाव मैनू महसूस हो रहा है कि मैनू टीचर ने टाइम दिता है कि 1 घंटे के विच आ पेपर होना चाहिए, तो वो स्ट्रैस मैनू हौसला दे रहा है कि मैं 1 घंटे के विच अपना पेपर फिनिश कर दा, तो वो भी एक तरह नाल अच्छा स्ट्रैस है। पर अगर स्ट्रैस एक टाइम लिमिट तो ज़्यादा होवे, जिवें मान लो स्ट्रैस खत्म ही नहीं हो रहा, तनाव खत्म ही नहीं हो रहा, टेंशन लई जा रहा मैं अपने माइंड दे विच बहुत लंबे समय तक, तो वो मेरे दिमागी हालत दे लई या मेरे शरीर दे लई नुकसानदायक है। तो कोई भी चीज़ है वो लिमिट दे विच होनी चाहिए है, या ज़्यादा लंबे समय तक अगर माइंड दे विच तनाव रहिंदा है तो वो भी नुकसान कर सकता है, तो लिमिट दे विच होना चाहिए। मैनेजिंग स्ट्रैस इज़ अबाउट मेकिंग अ प्लान टू बी एबल टू कोप इफैक्टिवली विद डेली प्रैशर। तो अगर असी स्ट्रैस को मैनेज करना चाहते हैं तो सानू प्लान करना पेगा कि डेली जो मेरे माइंड दे विच प्रैशर आ रहा है उस नाल मैं किवें लड़ सकदा हाँ, उस नाल मैं
ਕਿਵੇਂ ਡੀਲ ਕਰ ਸਕਦਾ। ਦ ਅਲਟੀਮੇਟ ਗੋਲ ਇਜ਼ ਟੂ ਸਟ੍ਰਾਈਕ ਅ ਬੈਲੈਂਸ ਬਿਟਵੀਨ ਲਾਈਫ ਵਰਕ ਰਿਲੇਸ਼ਨਸ਼ਿਪ ਰਿਲੈਕਸੇਸ਼ਨ ਐਂਡ ਫਨ। ਤਾਂ ਆਪਣਾ ਅਲਟੀਮੇਟ ਗੋਲ ਕੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਬੈਲੈਂਸ ਰਹੇ ਇਹਨਾਂ ਚੀਜ਼ਾਂ ਦਾ, ਵੀ ਕੰਮ ਵੀ ਅਸੀਂ ਕਰੀਏ, ਇੰਜੋਏ ਵੀ ਕਰੀਏ, ਰਿਸ਼ਤੇਦਾਰੀਆਂ ਵੀ ਨੇ ਅਤੇ ਰਿਲੈਕਸ ਵੀ ਰਹੀਏ, ਫਨ ਵੀ ਹੋਵੇ। ਇਹ ਸਾਰਿਆਂ ਦੇ ਵਿੱਚ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ। ਬਾਈ ਡੂਇੰਗ ਦਿਸ ਯੂ ਆਰ ਏਬਲ ਟੂ ਡੀਲ ਵਿਦ ਡੇਲੀ ਸਟ੍ਰੈਸ ਟ੍ਰਿਗਰਸ ਐਂਡ ਮੀਟ ਦੀਜ਼ ਚੈਲੰਜਿਸ ਹੈਡ ਔਨ। ਇਹ ਸਾਰੀਆਂ ਚੀਜ਼ਾਂ ਕਰਕੇ ਬੈਲੈਂਸ ਬਣਾ ਕੇ ਅਸੀਂ ਸਟ੍ਰੈਸ ਦੇ ਨਾਲ ਡੀਲ ਕਰ ਸਕਦੇ ਹਾਂ। ਸਾਨੂੰ ਸਟ੍ਰੈਸ ਦੀ ABC ਸਮਝਣੀ ਚਾਹੀਦੀ ਹੈ। ABC ਕਿਆ ਹੋ ਗਿਆ? ਐਡਵਰਸਿਟੀ ਔਰ ਦਾ ਸਟ੍ਰੈਸਫੁਲ ਇਵੈਂਟ। ਸਾਨੂੰ ਇਹ ਸਮਝਣਾ ਚਾਹੀਦਾ ਕਿਹੜੀਆਂ ਚੀਜ਼ਾਂ ਤੋਂ ਸਾਨੂੰ ਸਟ੍ਰੈਸ ਹੋ ਰਿਹਾ ਜਾਂ ਕਿਹੜੀਆਂ ਚੀਜ਼ਾਂ ਸਟ੍ਰੈਸ ਕ੍ਰੀਏਟ ਕਰ ਸਕਦੀਆਂ ਨੇ। ਬਿਲੀਵਸ ਔਰ ਦਾ ਵੇ ਯੂ ਰਿਸਪੌਂਡ ਟੂ ਦਾ ਇਵੈਂਟ। ਅਗਰ ਕੋਈ ਸਟ੍ਰੈਸ ਹੋ ਰਿਹਾ ਤਾਂ ਅਸੀਂ ਉਸ ਦੇ ਪ੍ਰਤੀ ਕਿਵੇਂ ਰਿਐਕਟ ਕਰ ਰਹੇ ਹਾਂ। ਬਿਲੀਵਸ ਮਤਲਬ ਸਾਡੇ ਵਿਸ਼ਵਾਸ ਕੀ ਹੈ ਉਸ ਚੀਜ਼ ਦੇ ਪ੍ਰਤੀ ਰਿਐਕਸ਼ਨ ਦੇ। ਕੌਨਸੀਕੁਐਂਸਿਸ ਔਰ ਐਕਸ਼ਨਸ ਐਂਡ ਆਊਟਕਮ ਆਫ ਦਾ ਇਵੈਂਟ। ਤਾਂ ਜਿਹੜੀ ਚੀਜ਼ ਨਾਲ ਮੈਨੂੰ ਸਟ੍ਰੈਸ ਹੋ ਰਿਹਾ ਉਸਦੇ ਰਿਜ਼ਲਟ ਕੀ ਹੋਣਗੇ, ਤਾਂ ਇਹ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਇਹਨਾਂ ਨੂੰ ਮਾਈਂਡ ਦੇ ਵਿੱਚ ਰੱਖਣਾ ਚਾਹੀਦਾ। ਸਟ੍ਰੈਸ ਮੈਨੇਜਮੈਂਟ ਕੈਨ ਹੈਲਪ ਯੂ ਟੂ ਹੈਵ ਅ ਜੋਏਫੁਲ ਲਾਈਫ। ਅਗਰ ਅਸੀਂ ਸਟ੍ਰੈਸ ਮੈਨੇਜਮੈਂਟ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਖੁਸ਼ਹਾਲ ਰਹੇਗੀ। ਫੋਕਸ ਐਂਡ ਕੰਪਲੀਟ ਟਾਸਕ ਔਨ ਟਾਈਮ। ਅਸੀਂ ਆਪਣੇ ਕੰਮ ਟਾਈਮ 'ਤੇ ਫਿਨਿਸ਼ ਕਰ ਸਕਦੇ ਹਾਂ। ਬੀ ਅ ਹੈਪੀ ਪਰਸਨ ਐਜ਼ ਯੂ ਆਰ ਸਟ੍ਰੈਸ ਫਰੀ। ਤਾਂ ਅਸੀਂ ਹੈਪੀ ਪਰਸਨ ਬਣ ਸਕਦੇ ਹਾਂ ਕਿਉਂਕਿ ਅਸੀਂ ਸਟ੍ਰੈਸ ਫਰੀ ਹਾਂ, ਅਸੀਂ ਹੋਰ ਐਨਰਜੈਟਿਕ ਮੂਡ ਦੇ ਨਾਲ ਕੰਮ ਕਰ ਸਕਦੇ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਸਟ੍ਰੈਸ ਮੈਨੇਜਮੈਂਟ ਦੇ ਅੰਡਰ ਆ ਜਾਂਦੀਆਂ ਨੇ। ਤਾਂ ਅੱਗੇ 3 ਸਟੈਪ ਸਾਨੂੰ ਦਿੱਤੇ ਹੋਏ ਹੈ ਕਿ ਸਟ੍ਰੈਸ ਕਿਵੇਂ ਹੋਰ ਇਫੈਕਟਿਵਲੀ ਅਸੀਂ ਮੈਨੇਜ ਕਰ ਸਕਦੇ ਹਾਂ। ਤਾਂ ਇਸ ਨੂੰ ਮੈਂ ਜ਼ਿਆਦਾ ਨਹੀਂ ਪੜਾਂਗਾ, ਜਲਦੀ ਤੋਂ ਕਵਰ ਕਰਦੇ ਹਾਂ। ਬੀ ਅਵੇਅਰ ਡੈਟ ਯੂ ਆਰ ਸਟ੍ਰੈਸ। ਤਾਂ ਉਹੀ ਆ ਗਿਆ ਸੈਲਫ ਅਵੇਅਰਨੈਸ ਹੋਵੇ ਜੀ, ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਨੂੰ ਸਟ੍ਰੈਸ ਹੈ, ਮੇਰੇ ਮਾਈਂਡ ਦੇ ਵਿੱਚ ਸਟ੍ਰੈਸ ਹੈ, ਇਹ ਪਤਾ ਹੋਣਾ ਚਾਹੀਦਾ। ਹੁਣ ਦੇਖੋ ਇਸ ਦੀਆਂ ਨਿਸ਼ਾਨੀਆਂ ਕੀ ਹੈ। ਜਿਵੇਂ ਸਿਰ ਦੁਖਣਾ ਬਹੁਤ ਕਾਮਨ ਹੈ ਜੀ, ਕਿ ਆਪਣਾ ਸਿਰ ਦੁਖਣ ਲੱਗ ਜਾਂਦਾ ਅਗਰ ਅਸੀਂ ਜ਼ਿਆਦਾ ਸੋਚਦੇ ਹਾਂ। ਸਲੀਪਲੈਸਨੈਸ, ਨੀਂਦ ਦਾ ਘੱਟ ਆਉਣਾ, ਦੁਖੀ ਰਹਿਣਾ, ਐਕਸੈਸਿਵ ਵਰਿੰਗ, ਕਿਸੇ ਚੀਜ਼ ਬਾਰੇ ਬਹੁਤ ਜ਼ਿਆਦਾ ਟੈਨਸ਼ਨ ਲੈਣਾ, ਨਰਵਸਨੈਸ, ਗੰਭੀਰਤਾ ਨਾਲ ਕਿਸੇ ਮੁੱਦੇ ਨੂੰ ਲੈਣਾ। ਇਹ ਸਾਰੀਆਂ ਚੀਜ਼ਾਂ ਸਾਨੂੰ ਦਰਸਾਉਂਦੀਆਂ ਨੇ ਕਿ ਮੇਰੇ ਮਾਈਂਡ ਦੇ ਵਿੱਚ ਸਟ੍ਰੈਸ ਹੈ। ਦੈਨ ਸੈਕੰਡ ਪੁਆਇੰਟ ਕਹਿੰਦਾ ਆਈਡੈਂਟੀਫਾਈਂਗ ਵਟ ਇਜ਼ ਕੌਸਿੰਗ ਯੂ ਸਟ੍ਰੈਸ। ਆਈਡੈਂਟੀਫਾਈ ਕਰਨਾ ਕਿ ਮੈਨੂੰ ਕਿਹੜੀ ਚੀਜ਼ ਤੋਂ ਸਟ੍ਰੈਸ ਹੋ ਰਿਹਾ। ਪਹਿਲਾਂ ਤਾਂ ਸੀਗਾ ਕਿ ਮੈਨੂੰ ਪਤਾ ਲੱਗ ਜਾਏ ਕਿ ਮੈਨੂੰ ਸਟ੍ਰੈਸ ਹੈ, ਤਾਂ ਉਸ ਦੀਆਂ ਨਿਸ਼ਾਨੀਆਂ ਆਪਾਂ ਪੜ੍ਹੀਆਂ। ਦੂਜਾ ਹੈ ਕਿ ਮੈਨੂੰ ਇਹ ਪਤਾ ਲੱਗ ਜਾਏ ਕਿਹੜੀ ਚੀਜ਼ ਤੋਂ ਸਟ੍ਰੈਸ ਹੋ ਰਿਹਾ। ਫਾਈਂਡ ਦ ਰੀਜ਼ਨ ਆਫ ਯੂਅਰ ਸਟ੍ਰੈਸ। ਕਾਰਨ ਪਤਾ ਕਰੋ ਆਪਣੇ ਸਟ੍ਰੈਸ ਦਾ। ਇਜ਼ ਇਟ ਬਿਕੋਜ਼ ਆਫ ਐਗਜ਼ਾਮ। ਕਿਆ ਉਹ ਐਗਜ਼ਾਮ ਕਰਕੇ ਹੋ ਰਿਹਾ ਜੋ ਆਮ ਤੌਰ 'ਤੇ ਬੱਚਿਆਂ ਨੂੰ ਹੋ ਜਾਂਦਾ ਹੈ? ਕਿਆ ਉਹ ਸਕੂਲ ਖੁੱਲ੍ਹਣ 'ਤੇ ਹੋ ਰਿਹਾ? 15 ਤਰੀਕ ਤੋਂ ਸਕੂਲ ਖੁੱਲ੍ਹ ਰਹੇ ਨੇ, ਕਿਆ ਉਸ ਕਰਕੇ ਮੈਨੂੰ ਸਟ੍ਰੈਸ ਹੋ ਰਿਹਾ? ਤਾਂ ਉਹ ਰੀਜ਼ਨ ਪਤਾ ਕਰੋ। ਫੈਮਿਲੀ ਪ੍ਰੈਸ਼ਰ ਕਰਕੇ ਹੋ ਰਿਹਾ, ਵੀ ਪਰਿਵਾਰ ਵੱਲੋਂ ਕੋਈ ਪ੍ਰੈਸ਼ਰ ਹੈ, ਮਨੀ ਇਸ਼ੂ ਹੈ ਕੋਈ, ਨਾਟ ਈਟਿੰਗ ਗੁੱਡ ਫੂਡ। ਇਹ ਸਾਰੀਆਂ ਚੀਜ਼ਾਂ ਅਸੀਂ ਪਤਾ ਕਰ ਸਕਦੇ ਹਾਂ। ਇਸ ਤੋਂ ਇਲਾਵਾ ਵੀ ਕੋਈ ਹੋਰ ਪ੍ਰੈਸ਼ਰ ਹੋ ਸਕਦਾ, ਤਾਂ ਉਹ ਸਾਨੂੰ ਪਤਾ ਲੱਗਣਾ ਚਾਹੀਦਾ। ਦੈਨ ਥਰਡ ਹੈ ਅਪਲਾਈ ਸਟ੍ਰੈਸ ਮੈਨੇਜਮੈਂਟ ਮੈਥਡ। ਤਾਂ ਸਟ੍ਰੈਸ ਨੂੰ ਮੈਨੇਜ ਕਰਨ ਦੇ ਤਰੀਕਿਆਂ ਨੂੰ ਅਪਲਾਈ ਕਰੋ। ਤਾਂ ਉਹ ਤਰੀਕੇ ਕਿਹੜੇ ਹੈ? ਯੂਜ਼ ਟਾਈਮ ਮੈਨੇਜਮੈਂਟ ਟੂਲ, ਕਿ ਆਪਣੇ ਟਾਈਮ ਨੂੰ ਮੈਨੇਜ ਕਰੋ। ਫੋਕਸ ਔਨ ਦਾ ਇੰਪੋਰਟੈਂਟ ਟਾਸਕ, ਜੋ ਕੰਮ ਇੰਪੋਰਟੈਂਟ ਹੈ ਉਸ 'ਤੇ ਫੋਕਸ ਕਰੋ। ਟਾਕ ਟੂ ਸਮਵਨ ਕਲੋਜ਼ ਅਬਾਊਟ ਦਾ ਇਸ਼ੂ, ਕਿਸੇ ਨਿੱਜੀ ਮਿੱਤਰ ਨਾਲ ਗੱਲ ਕਰੋ, ਜੋ ਵੀ ਤੁਹਾਡੇ ਕਲੋਜ਼ ਹੈ ਉਸ ਨਾਲ ਗੱਲ ਕਰੋ ਆਪਣੇ ਪ੍ਰੋਬਲਮ ਬਾਰੇ। ਟੇਕ ਟਾਈਮ ਟੂ ਰਿਲੈਕਸ ਬਾਈ ਐਕਸਰਸਾਈਜ਼ਿੰਗ, ਐਕਸਰਸਾਈਜ਼ ਕਰੋ, ਸਮਾਂ ਲਓ, ਰਿਲੈਕਸ ਹੋਵੋ, ਜਾਂ ਮੂਵੀ ਵਗੈਰਾ ਦੇਖੋ। ਅਦਰ ਐਕਟੀਵਿਟੀਜ਼ ਸੱਚ ਐਜ਼, ਕੋਈ ਹੋਰ ਐਕਟੀਵਿਟੀ ਕਰੋ ਜਿਸ ਨਾਲ ਤੁਸੀਂ ਰਿਲੈਕਸ ਫੀਲ ਕਰੋ। ਮਤਲਬ ਆਪਣੇ ਮਾਈਂਡ ਨੂੰ ਸ਼ਾਂਤ ਕਰਨ ਦੇ ਲਈ ਕੁਝ ਵੀ ਕਰ ਸਕਦੇ ਹੋ ਤੁਸੀਂ। ਤਾਂ ਇਹ 3 ਚੀਜ਼ਾਂ ਸੀਗੀਆਂ ਜਿਸ ਨੂੰ ਅਸੀਂ ਸਟ੍ਰੈਸ ਮੈਨੇਜਮੈਂਟ ਦੇ ਵਿੱਚ ਕੰਸੀਡਰ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਨਾਲ ਸਾਡਾ ਸਟ੍ਰੈਸ ਦੂਰ ਹੋ ਸਕਦਾ ਹੈ। ਹੁਣ ਕੁਝ ਮੈਨੇਜਮੈਂਟ ਟੈਕਨੀਕਸ ਹੈ ਆਪਣੇ ਕੋਲ, ਸਟ੍ਰੈਸ ਨੂੰ ਕਿਵੇਂ ਮੈਨੇਜਮੈਂਟ ਕਰ ਸਕਦੇ ਹਾਂ, ਮੈਨੇਜ ਕਿਵੇਂ ਕਰ ਸਕਦੇ ਹਾਂ। ਟਾਈਮ ਮੈਨੇਜਮੈਂਟ ਇੰਪੋਰਟੈਂਟ ਹੈ ਜੀ, ਟਾਈਮ ਨੂੰ ਪ੍ਰੋਪਰ ਮੈਨੇਜ ਕਰੋ। ਅਗਰ ਤੁਸੀਂ ਤਣਾਅ ਤੋਂ ਮੁਕਤ ਹੋਣਾ ਚਾਹੁੰਦੇ ਹੋ, ਟਾਈਮ ਨੂੰ ਪ੍ਰੋਪਰ ਮੈਨੇਜ ਕਰੋ। ਜੋ ਕੰਮ ਪਹਿਲਾਂ ਕਰਨ ਵਾਲਾ ਉਸ ਨੂੰ ਪਹਿਲਾਂ ਕਰੋ, ਜੋ ਅਨਇੰਪੋਰਟੈਂਟ ਹੈ ਜਿਸ ਨੂੰ ਕਰਨ ਦੀ ਲੋੜ ਨਹੀਂ ਹੈ ਉਸ ਨੂੰ ਛੱਡ ਦਿਓ। ਅਗਰ ਕਰਨਾ ਵੀ ਹੈ ਤਾਂ ਐਂਡ 'ਤੇ ਕਰੋ। ਫਿਜ਼ੀਕਲ ਐਕਸਰਸਾਈਜ਼, ਤਾਂ ਇਹ ਬਹੁਤ ਜ਼ਰੂਰੀ ਹੈ ਜੀ। ਆਪਣੇ ਇੱਕ ਦਿਨ ਦੇ ਵਿੱਚੋਂ ਅੱਧਾ ਘੰਟਾ ਐਸਾ ਕੱਢੋ ਜਿਸ ਦੇ ਵਿੱਚ ਤੁਸੀਂ ਕੁਝ ਫਿਜ਼ੀਕਲ ਮੂਵਮੈਂਟ ਕਰ ਸਕੋ, ਐਕਸਰਸਾਈਜ਼ ਵਗੈਰਾ ਕਰ ਸਕੋ ਅਤੇ ਫਰੈਸ਼ ਏਅਰ ਲੈ ਸਕੋ, ਜਾਂ ਫਿਰ ਯੋਗਾ ਵਗੈਰਾ ਕਰ ਸਕੋ। ਤਾਂ ਇਹ ਇੰਪੋਰਟੈਂਟ ਹੈ। ਹੈਲਦੀ ਡਾਈਟ, ਤਾਂ ਡਾਈਟ ਵੀ ਬਹੁਤ ਰੋਲ ਅੱਜ ਦੇ ਟਾਈਮ ਦੇ ਵਿੱਚ ਅਦਾ ਕਰਦੀ ਹੈ।
ਹੈਲਦੀ ਡਾਈਟ ਦਾ ਮਤਲਬ ਹੈ ਕਿ ਐਦਾਂ ਨਹੀਂ ਹੈ ਕਿ ਤੁਸੀਂ ਬਰਗਰ ਖਾਓ, ਪੀਜ਼ੇ ਖਾਓ, ਸਮੋਸੇ ਖਾਓ, ਐਦਾਂ ਨਹੀਂ ਹੈ। ਕੁਝ ਘਰ ਦਾ ਬਣਿਆ ਹੋਇਆ ਹੈਲਦੀ ਜਿਹਾ ਖਾਓ, ਫਰੂਟਸ ਖਾਓ ਤੁਸੀਂ, ਰੈਦਰ ਦੈਨ ਕਿ ਤੁਸੀਂ ਚਿਪਸ ਖਾ ਰਹੇ ਹੋ, ਕੁਝ ਬਿਸਕਿਟ ਖਾ ਰਹੇ ਹੋ, ਫਰੂਟਸ ਵਗੈਰਾ ਪ੍ਰੈਫਰ ਕਰੋ। ਤਾਂ ਇਹ ਬਹੁਤ ਇੰਪੋਰਟੈਂਟ ਹੈ ਜੀ। ਅਗਰ ਤੁਸੀਂ ਆਪਣੀ ਡਾਈਟ ਦੇ ਉੱਪਰ ਕੰਟਰੋਲ ਕਰੋ, ਇਹ ਸਟ੍ਰੈਸ ਨੂੰ ਕਾਫੀ ਹੱਦ ਤੱਕ ਘੱਟ ਕਰਦੀ ਹੈ। ਪੋਜ਼ਿਟਿਵਿਟੀ ਮਤਲਬ ਹਰ ਚੀਜ਼ ਨੂੰ ਪੋਜ਼ਿਟਿਵ ਸੋਚਣਾ ਚਾਹੀਦਾ ਹੈ। ਐਦਾਂ ਨਹੀਂ ਹੈ ਕਿ ਇਹ ਚੀਜ਼ ਹੋਣੀ ਹੀ ਨਹੀਂ ਹੈ, ਨੈਗੇਟਿਵ ਹੋ ਕੇ ਬਹਿ ਜਾਓ ਵੀ ਅਗਰ ਕੋਈ ਮੈਂ ਕੰਮ ਕਰ ਰਿਹਾ ਹਾਂ, ਇੱਕ ਵਾਰੀ ਫੇਲ ਹੋ ਗਿਆ ਤਾਂ ਦੂਜੀ ਵਾਰੀ ਮੈंने ਕਰਨਾ ਹੀ ਨਹੀਂ ਹੈ, ਵੀ ਇਹ ਮੇਰੇ ਤੋਂ ਹੋਣਾ ਹੀ ਨਹੀਂ ਹੈ। ਤਾਂ ਐਸਾ ਰਵੱਈਆ ਨਹੀਂ ਹੋਣਾ ਚਾਹੀਦਾ। ਤੁਹਾਡਾ ਐਸਾ ਹੋਣਾ ਚਾਹੀਦਾ ਕਿ ਅਗਰ ਇਹ ਕੰਮ ਮੇਰੇ ਤੋਂ ਪਹਿਲੀ ਵਾਰ ਨਹੀਂ ਹੋਇਆ ਤਾਂ ਫਿਰ ਕੀ ਹੋਇਆ, ਮੈਨੂੰ ਐਕਸਪੀਰੀਅੰਸ ਤਾਂ ਹੋਇਆ, ਅਗਲੀ ਵਾਰੀ ਮੈਂ ਆਪਣੀ ਇਹਨਾਂ ਗਲਤੀਆਂ ਨੂੰ ਨਹੀਂ ਦੁਹਰਾਵਾਂਗਾ, ਤਾਂ ਉਸ ਚੀਜ਼ ਦਾ ਮੈਨੂੰ ਐਕਸਪੀਰੀਅੰਸ ਹੋਇਆ। ਐਦਾਂ ਪੋਜ਼ਿਟਿਵ ਐਟੀਟਿਊਡ ਹੋਣਾ ਚਾਹੀਦਾ। ਆਰਗੇਨਾਈਜ਼ਿੰਗ ਅਕੈਡਮਿਕ ਲਾਈਫ, ਨੋ ਡਿਲੇਇੰਗ। ਅਗਰ ਤੁਸੀਂ ਸਕੂਲ ਗੋਇੰਗ ਸਟੂਡੈਂਟ ਹੋ ਤਾਂ ਆਪਣੇ ਕੰਮ ਨੂੰ ਪ੍ਰੋਪਰ ਪੂਰਾ ਕਰਕੇ ਰੱਖੋ ਤਾਂ ਕਿ ਤੁਹਾਨੂੰ ਕੋਈ ਸਟ੍ਰੈਸ ਵਗੈਰਾ ਨਾ ਹੋਵੇ। ਸਲੀਪ ਤਾਂ ਅਗੇਨ ਮੈਂ ਕਹਿ ਰਿਹਾ ਜੀ, ਅਗਰ ਸਟ੍ਰੈਸ ਨੂੰ ਕਾਫੀ ਹੱਦ ਤੱਕ ਤੁਸੀਂ ਘੱਟ ਕਰਨਾ ਚਾਹੁੰਦੇ ਹੋ ਤਾਂ ਨੀਂਦ ਪੂਰੀ ਲੈਣਾ ਬਹੁਤ ਇੰਪੋਰਟੈਂਟ ਹੈ। 7 ਘੰਟਿਆਂ ਦੀ ਨੀਂਦ ਲਓ ਤਾਂ ਉਸ ਦੇ ਨਾਲ ਵੀ ਬਹੁਤ ਜ਼ਿਆਦਾ ਸਟ੍ਰੈਸ ਜੋ ਹੈ ਤੁਹਾਡਾ ਘੱਟ ਹੁੰਦਾ ਹੈ। ਬ੍ਰੇਨ ਤੁਹਾਡਾ ਰਿਲੈਕਸ ਰਹੇਗਾ, ਸਟ੍ਰੈਸ ਕਾਫੀ ਘੱਟ ਹੋਏਗਾ। ਹੌਲੀਡੇਜ਼ ਵਿਦ ਯੂਅਰ ਫੈਮਿਲੀ ਐਂਡ ਫਰੈਂਡਸ, ਕੁਝ ਟਾਈਮ ਐਸਾ ਕੱਢੋ ਜਦੋਂ ਤੁਸੀਂ ਆਪਣੀ ਫੈਮਿਲੀ ਜਾਂ ਫਰੈਂਡਸ ਨਾਲ ਕਿਤੇ ਬਾਹਰ ਜਾ ਸਕੋ। ਇਸ ਨਾਲ ਵੀ ਬਹੁਤ ਜ਼ਿਆਦਾ ਸਟ੍ਰੈਸ ਦੂਰ ਹੁੰਦਾ ਹੈ। ਜਿਵੇਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਨਾਨਕੇ ਜਾਂਦੇ ਹੋ ਜ਼ਿਆਦਾਤਰ, ਜਾਂ ਮਾਸੀ ਜਾਂ ਭੂਆ ਦੇ ਕੋਲ ਜਾਂਦੇ ਹੋ, ਤਾਂ ਐਸਾ ਕੁਝ ਟਾਈਮ ਤੁਹਾਨੂੰ ਕੱਢਣਾ ਚਾਹੀਦਾ। ਐਬਿਲਿਟੀ ਟੂ ਵਰਕ ਇੰਡੀਪੈਂਡੈਂਟਲੀ। ਐਬਿਲਿਟੀ ਟੂ ਵਰਕ ਇੰਡੀਪੈਂਡੈਂਟਲੀ ਦਾ ਮਤਲਬ ਕੀ ਹੈ ਕਿ ਤੁਹਾਡੇ ਵਿੱਚ ਸ਼ਮਤਾ ਹੋਵੇ ਕਿ ਤੁਸੀਂ ਇਕੱਲੇ ਕੰਮ ਕਰ ਸਕੋ। ਇਫ ਯੂ ਕੈਨ ਬਿਕਮ ਅ ਕਾਮ ਐਂਡ ਰਿਲੈਕਸਡ ਪਰਸਨ, ਅਗਰ ਤੁਸੀਂ ਇੱਕ ਸ਼ਾਂਤ ਅਤੇ ਰਿਲੈਕਸ ਪਰਸਨ ਬਣ ਸਕਦੇ ਹੋ, ਯੂ ਵਿਲ ਹੈਵ ਦ ਐਬਿਲਿਟੀ ਟੂ ਵਰਕ ਇੰਡੀਪੈਂਡੈਂਟਲੀ। ਤਾਂ ਤੁਹਾਡੇ ਕੋਲ ਇੱਕ ਸ਼ਮਤਾ ਹੈ ਕਿ ਤੁਸੀਂ ਇਕੱਲੇ ਕੰਮ ਕਰ ਸਕਦੇ ਹੋ, ਤੁਹਾਨੂੰ ਕਿਸੇ ਦੀ ਲੋੜ ਨਹੀਂ ਪਏਗੀ। ਤਾਂ ਉਸ ਦਾ ਮਤਲਬ ਕੀ ਹੋਇਆ, ਬਿਕਮ ਸੈਲਫ ਅਵੇਅਰਨੈਸ ਜਾਂ ਸੈਲਫ ਅਵੇਅਰ, ਕਿ ਤੁਸੀਂ ਸੈਲਫ ਅਵੇਅਰਿੰਗ ਹੋ, ਤੁਹਾਨੂੰ ਆਪਣੇ ਬਾਰੇ ਪਤਾ ਹੈ। ਸੈਲਫ ਮੋਨੀਟਰਿੰਗ ਹੋ, ਤੁਸੀਂ ਆਪਣੀ ਪਰਫੋਰਮੈਂਸ ਨੂੰ ਮੋਨੀਟਰ ਕਰ ਰਹੇ ਹੋ ਟਾਈਮ ਟੂ ਟਾਈਮ ਕਿ ਮੈਂ ਕਿੱਥੇ ਗਲਤੀਆਂ ਕਰ ਰਿਹਾ। ਅਗਰ ਗਲਤੀਆਂ ਕਰ ਰਿਹਾ ਤਾਂ ਉਸਨੂੰ ਸੈਲਫ ਕਰੈਕਟ, ਉਹਨੂੰ ਸਹੀ ਵੀ ਕਰ ਰਹੇ ਹੋ। ਨੋਇੰਗ ਵਟ ਯੂ ਨੀਡ ਟੂ ਡੂ, ਤੁਹਾਨੂੰ ਪਤਾ ਹੈ ਕਿ ਤੁਸੀਂ ਕਿਆ ਕਰਨਾ ਚਾਹੁੰਦੇ ਹੋ। ਟੇਕਿੰਗ ਦ ਇਨੀਸ਼ੀਏਟਿਵ ਰੈਦਰ ਦੈਨ ਬੀਇੰਗ ਟੋਲਡ ਵਟ ਟੂ ਡੂ, ਇਨੀਸ਼ੀਏਟਿਵ ਲੈਣਾ ਵੀ ਐਦਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਪ੍ਰਵਚਨ ਹੀ ਦੇ ਰਹੇ ਹੋ ਕਿ ਹਾਂਜੀ ਆਹ ਕਰਨਾ ਚਾਹੀਦਾ, ਇਹ ਹੋਣਾ ਚਾਹੀਦਾ। ਉੱਦਾਂ ਕਰਨ ਦੀ ਬਜਾਏ ਆਪ ਹੀ ਸ਼ੁਰੂ ਕਰ ਦਿਓ ਵੀ ਯਾਰ ਇੱਦਾਂ ਮੈਂ ਕਰ ਰਿਹਾ ਤਾਂ ਮੈਨੂੰ ਦੇਖ ਕੇ ਸਾਰੇ ਕਰਨਗੇ, ਇੱਦਾਂ ਦਾ ਕੁਝ ਹੋਣਾ ਚਾਹੀਦਾ। ਰਿਕੋਗਨਾਈਜ਼ਿੰਗ ਯੂਅਰ ਮਿਸਟੇਕ, ਨੋਟ ਬਲੇਮਿੰਗ ਅਦਰ। ਆਪਣੀਆਂ ਗਲਤੀਆਂ ਨੂੰ ਪਹਿਚਾਨਣਾ ਸਿੱਖੋ, ਦੂਜਿਆਂ ਨੂੰ ਦੋਸ਼ ਨਾ ਦਿਓ। ਤਾਂ ਇਹ ਵੀ ਇੱਕ ਵਰਕ ਇੰਡੀਪੈਂਡੈਂਟਲੀ ਦੇ ਵਿੱਚ ਕੰਸੀਡਰ ਹੁੰਦਾ ਹੈ। ਹੈਵਿੰਗ ਦ ਐਬਿਲਿਟੀ ਐਂਡ ਦ ਵਿਲ ਟੂ ਲਰਨ, ਤੁਹਾਡੇ ਵਿੱਚ ਸ਼ਮਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਕੁਝ ਨਵਾਂ ਸਿੱਖਦੇ ਰਹੋ। ਤਾਂ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਦੈਨ ਉਸ ਤੋਂ ਬਾਅਦ ਆਉਂਦਾ ਇਮੋਸ਼ਨਲ ਇੰਟੈਲੀਜੈਂਸ। ਇਮੋਸ਼ਨਲ ਇੰਟੈਲੀਜੈਂਸ ਕਿਆ ਹੁੰਦਾ ਹੈ ਕਿ ਇੱਕ ਤਰ੍ਹਾਂ ਦੀ ਤੁਹਾਡੀ ਸ਼ਮਤਾ ਹੈ ਕਿ ਤੁਸੀਂ ਆਪਣੇ ਇਮੋਸ਼ਨਸ ਨੂੰ ਪਹਿਚਾਨੋ, ਕੰਟਰੋਲ ਕਰ ਸਕੋ, ਆਪਣੇ ਹਾਵ ਭਾਵ ਨੂੰ ਕੰਟਰੋਲ ਕਰ ਸਕੋ। ਜਿਵੇਂ ਮੰਨ ਲਓ ਤੁਸੀਂ ਖੁਸ਼ ਹੋ, ਬਹੁਤ ਜ਼ਿਆਦਾ ਖੁਸ਼ ਹੋ, ਤਾਂ ਉਹ ਕੰਟਰੋਲ ਕਰਕੇ ਰੱਖਣਾ। ਇੱਦਾਂ ਨਹੀਂ ਕਿ ਬਹੁਤ ਜ਼ਿਆਦਾ ਖੁਸ਼ੀ ਹੈ ਤਾਂ ਸ਼ੋਅ ਕਰਦੇ ਫਿਰ ਰਹੇ ਹਾਂ। ਬਹੁਤ ਜ਼ਿਆਦਾ ਦੁਖੀ ਹੋ ਤਾਂ ਲੋਕਾਂ ਨੂੰ ਦੱਸਦੇ ਫਿਰ ਰਹੋ ਮੈਂ ਇਸ ਕਰਕੇ ਦੁਖੀ ਹਾਂ। ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨਾ ਸਿੱਖਣਾ ਚਾਹੀਦਾ। ਉਸੇ ਨੂੰ ਅਸੀਂ ਕਹਿੰਦੇ ਹਾਂ ਇਮੋਸ਼ਨਲ ਇੰਟੈਲੀਜੈਂਸ। ਇਟ ਇਜ਼ ਜਨਰਲੀ ਸੈਟ ਟੂ ਇਨਕਲੂਡ ਐਟਲੀਸਟ 3 ਸਕਿੱਲਸ। ਤਾਂ ਇਮੋਸ਼ਨਲ ਇੰਟੈਲੀਜੈਂਸ ਦੇ ਵਿੱਚ 3 ਸਕਿੱਲਸ ਆਉਂਦੀਆਂ ਨੇ। ਕਿਹੜੀਆਂ? ਇਮੋਸ਼ਨਲ ਅਵੇਅਰਨੈਸ, ਕਿ ਸਾਨੂੰ ਆਪਣੇ ਇਮੋਸ਼ਨਸ ਬਾਰੇ ਪਤਾ ਹੋਵੇ। ਆਪਣੇ ਇਮੋਸ਼ਨਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਮਾਈਂਡ ਦੀ ਸਿਚੁਏਸ਼ਨ ਕੀ ਹੈ, ਮੈਂ ਦੁਖੀ ਹਾਂ, ਮੈਂ ਖੁਸ਼ ਹਾਂ ਜਾਂ ਹੋਰ ਕੁਝ ਕਨਫਿਊਜ਼ਡ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਹੋਣ। ਹਾਰਨੈਸਿੰਗ ਇਮੋਸ਼ਨ, ਦ ਐਬਿਲਿਟੀ ਟੂ ਹਾਰਨੈਸ ਐਂਡ ਅਪਲਾਈ ਇਮੋਸ਼ਨ ਟੂ ਟਾਸਕ ਲਾਈਕ ਥਿੰਕਿੰਗ ਐਂਡ ਪ੍ਰੋਬਲਮ ਸੋਲਵਿੰਗ। ਤਾਂ ਆਪਣੇ ਇਮੋਸ਼ਨਸ ਨੂੰ ਕਿਸੇ ਚੱਜ ਦੀ ਚੀਜ਼ ਦੇ ਵਿੱਚ ਲਗਾਉਣਾ। ਜਿਵੇਂ ਮੰਨ ਲਓ ਮੈਂ ਦੁਖੀ ਹਾਂ ਜਾਂ ਮੈਨੂੰ ਕੋਈ ਟੈਨਸ਼ਨ ਹੈ ਤਾਂ ਮੈਂ ਸੋਚਾਂ ਕਿ ਉਸ ਚੀਜ਼ ਨੂੰ ਕਿਵੇਂ ਹੱਲ ਕਰ ਸਕਦਾ। ਤਾਂ ਇੱਦਾਂ ਆਪਣੇ ਇਮੋਸ਼ਨਸ ਨੂੰ ਹਾਰਨੈਸ ਕਰਨਾ। ਮੈਨੇਜਿੰਗ ਇਮੋਸ਼ਨਸ, ਆਪਣੇ ਇਮੋਸ਼ਨਸ ਨੂੰ ਮੈਨੇਜ ਕਰਨਾ। ਜਿਵੇਂ ਕਿ ਦ ਐਬਿਲਿਟੀ ਟੂ ਰੈਗੂਲੇਟ ਵਨਸ ਔਨ ਇਮੋਸ਼ਨ ਵੈਨ ਨੈਸੈਸਰੀ ਐਂਡ ਹੈਲਪ ਅਦਰ ਟੂ ਡੂ ਸੇਮ। ਤਾਂ ਆਪਣੇ ਇਮੋਸ਼ਨਸ ਨੂੰ ਮੈਨੇਜ ਕਰਨਾ ਮਤਲਬ ਕਿ
मैं ज़्यादा टेंशन ना लवां, मैं ज़्यादा खुश ना होवां, मैं ज़्यादा दुखी भी ना होवां। ਇੱਦਾਂ ਤੁਸੀਂ ਮੈਨੇਜ ਕਰੋ ਆਪਣੇ ਇਮੋਸ਼ਨਸ ਨੂੰ। ਨੋਇੰਗ ਹਾਊ ਟੂ ਮੈਨੇਜ ਵਨਸ ਇਮੋਸ਼ਨ ਇਜ਼ ਕ੍ਰਿਟੀਕਲ ਫॉर ऑल ऑफ अस। ਤਾਂ ਆਪਣੇ ਇਮੋਸ਼ਨਸ ਨੂੰ ਮੈਨੇਜ ਕਰਨਾ ਤੇ ਇਹਨਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਯੂ ਕੈਨ ਮੈਨੇਜ ਸਟ੍ਰੈਸ, ਕੀਪ ਯੂਰ ਬ੍ਰੇਨ ਐਕਟਿਵ ਐਂਡ ਓਪਨ ਮਾਈਂਡਡ। ਅਗਰ ਤੁਸੀਂ ਆਪਣੇ ਇਮੋਸ਼ਨਸ ਨੂੰ ਕਾਬੂ ਕਰ ਲੈਂਦੇ ਹੋ ਤਾਂ ਤੁਸੀਂ ਸਟ੍ਰੈਸ ਫ੍ਰੀ ਲਾਈਫ ਵੀ ਜੀ ਸਕਦੇ ਹੋ। ਤਾਂ ਇਸ ਪੈਰਾ ਦੇ ਵਿੱਚ ਇੱਕ ਸਟੋਰੀ ਦਿੱਤੀ ਹੋਈ ਹੈ, ਤਾਂ ਇਸ ਨੂੰ ਮੈਂ ਨਹੀਂ ਪੜਾਂਗਾ ਕਿਉਂਕਿ ਲੰਬਾ ਚਲਾ ਜਾਏਗਾ। ਆਲਰੇਡੀ ਆਪਣੀ ਵੀਡੀਓ ਕਾਫੀ ਲੈਂਥੀ ਹੋ ਗਈ ਹੈ, ਤਾਂ ਜਲਦੀ ਤੋਂ ਫਿਨਿਸ਼ ਕਰਦੇ ਤਾਂ 3 ਪੁਆਇੰਟ ਰਹਿ ਗਏ ਜੀ। ਅੰਡਰਸਟੈਂਡ ਯੂਰ ਇਮੋਸ਼ਨ, ਰੈਸ਼ਨਲਾਈਜ਼, ਪ੍ਰੈਕਟਿਸ। ਤਾਂ ਅੰਡਰਸਟੈਂਡ ਯੂਰ ਇਮੋਸ਼ਨ ਦਾ ਮਤਲਬ ਹੈ ਕਿ ਤੁਸੀਂ ਓਬਜ਼ਰਵ ਕਰੋ ਆਪਣੇ ਬਿਹੇਵੀਅਰ ਨੂੰ। ਨੋਟ ਦ ਥਿੰਗ ਯੂ ਨੀਡ ਟੂ ਵਰਕ ਔਨ। ਤੁਸੀਂ ਨੋਟ ਕਰੋ ਕਿ ਕਿਹੜੀਆਂ ਚੀਜ਼ਾਂ ਦੇ ਉੱਪਰ ਕੰਮ ਕਰਨ ਵਾਲਾ ਹੈ। ਤੁਹਾਡਾ ਬਿਹੇਵੀਅਰ ਕੈਸਾ, ਗੁੱਸੇ ਵਾਲਾ ਹੈ, ਬਹੁਤ ਹੀ ਜ਼ਿਆਦਾ ਸ਼ਾਂਤ ਹੈ, ਕਿਹੜੀ ਚੀਜ਼ ਦੇ ਉੱਪਰ ਕੰਮ ਕਰਨਾ ਚਾਹੀਦਾ ਕਿ ਤੁਸੀਂ ਆਪਣੇ ਇਮੋਸ਼ਨਸ ਨੂੰ ਸੁਧਾਰ ਸਕੋ। ਰੈਸ਼ਨਲਾਈਜ਼, ਡੂ ਨਾਟ ਟੇਕ ਡਿਸੀਜ਼ਨ ਐਬਰਪਟਲੀ, ਬੀ ਰੈਸ਼ਨਲ ਇਨ ਯੂਰ ਥਿੰਕਿੰਗ। ਇੱਦਾਂ ਨਹੀਂ ਹੋਣਾ ਚਾਹੀਦਾ ਇੱਕ ਚੀਜ਼ ਦੇ ਪਿੱਛੇ ਤੁਸੀਂ ਆਹ ਫੈਸਲਾ ਲੈ ਲਿਆ, ਗੁੱਸੇ ਦੇ ਅੱਗੇ ਕੋਈ ਫੈਸਲਾ ਲੈ ਲਿਆ, ਜਾਂ ਬਹੁਤ ਜ਼ਿਆਦਾ ਖੁਸ਼ ਹੋ ਉਸ ਚੀਜ਼ ਕਰਕੇ ਫੈਸਲਾ ਲੈ ਲਿਆ, ਤੁਸੀਂ ਕੋਈ ਵੀ ਡਿਸੀਜ਼ਨ ਲੈ ਲਿਆ, ਇੱਦਾਂ ਨਹੀਂ ਹੋਣਾ ਚਾਹੀਦਾ। ਪ੍ਰੈਕਟਿਸ, ਡੂ ਮੈਡੀਟੇਸ਼ਨ ਐਂਡ ਯੋਗਾ ਟੂ ਕੀਪ ਯੂਰਸੈਲਫ ਕਾਮ। ਆਪਣੇ ਆਪ ਨੂੰ ਸ਼ਾਂਤ ਰੱਖਣ ਦੇ ਲਈ ਤੁਸੀਂ ਯੋਗਾ ਵਗੈਰਾ ਕਰੋ, ਐਕਸਰਸਾਈਜ਼ ਵਗੈਰਾ ਕਰੋ। ਤਾਂ ਇਹ ਕੁੱਲ ਮਿਲਾ ਕੇ ਜੀ ਸੈਸ਼ਨ ਦੇ ਵਿੱਚ ਸਟ੍ਰੈਸ ਮੈਨੇਜਮੈਂਟ ਐਂਡ ਸੈਲਫ ਮੈਨੇਜਮੈਂਟ ਬਾਰੇ ਦੱਸਿਆ ਗਿਆ ਸੀ। ਕੁਝ ਅੱਛੀਆਂ ਗੱਲਾਂ ਦੱਸੀਆਂ ਗਈਆਂ ਸੀ। ਆਈ ਹੋਪ ਕਿ ਤੁਸੀਂ ਵੀ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਹੋਣਗੀਆਂ। ਅਤੇ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੁਲਾਂਕਣ ਕੀ ਹੈ। ਇਹ 2 ਕੁਐਸਚਨ ਕਰਨੇ ਆ। ਸਟ੍ਰੈਸ ਤੇ ਸਟ੍ਰੈਸ ਮੈਨੇਜਮੈਂਟ ਕੀ ਹੁੰਦਾ, ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਮੈਂ ਆਲਰੇਡੀ ਸ਼ੇਅਰ ਕਰ ਚੁੱਕਿਆ PDF ਤੁਹਾਡੇ ਨਾਲ। ਲਿਸਟ ਯੂਰ ਫੇਵਰੇਟ ਸਟ੍ਰੈਸ ਮੈਨੇਜਮੈਂਟ ਟੈਕਨੀਕ ਐਂਡ ਐਲੈਬੋਰੇਟ ਵਾਈ ਯੂ ਫਾਈਂਡ ਇਟ ਮੋਸਟ ਇਫੈਕਟਿਵ। ਆਪਣੀ ਫੇਵਰੇਟ ਸੈਲਫ ਮੈਨੇਜਮੈਂਟ ਟੈਕਨੀਕ ਕਿਹੜੀ ਲੱਗਦੀ ਹੈ ਤੁਹਾਨੂੰ। ਜਿਵੇਂ ਮੈਨੂੰ ਲੱਗਦੀ ਹੈ ਕਿ ਟਾਈਮ ਮੈਨੇਜਮੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤਾਂ ਉਸ ਬਾਰੇ ਤੁਸੀਂ ਦੱਸਣਾ। ਤਾਂ ਇਸ ਦੇ ਨਾਲ ਹੀ ਆਪਣਾ ਸੈਸ਼ਨ ਫਿਨਿਸ਼ ਹੁੰਦਾ ਹੈ ਜੀ। ਮਿਲਾਂਗੇ ਨੈਕਸਟ ਸੈਸ਼ਨ ਦੇ ਵਿੱਚ, ਡੈਟ ਇਜ਼ ਸੈਲਫ ਅਵੇਅਰਨੈਸ। ਤਾਂ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਨਵੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ। ਤਾਂ ਟਿਲ ਦੈਨ ਟੇਕ ਕੇਅਰ ਐਂਡ ਹੈਵ ਅ ਨਾਈਸ ਡੇ। Thank you.